ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਮੈਂ ਆਪ ਜੀ ਨੂੰ USB ਚੈਨਲ ਰਾਹੀਂ, ਜਿਸ ਦਾ ਪੂਰਾ ਨਾਮ ਹੈ ਯੂਨੀਵਰਸਲ ਸਿੱਖ ਬ੍ਰਦਰਹੁੱਡ ਚੈਨਲ, ਉਸ ਰਾਹੀਂ ਮੁਖਾਤਿਬ ਹੋ ਰਿਹਾ ਹਾਂ। ਤੇ ਅੱਜ ਦਾ ਮੇਰਾ ਮਕਸਦ ਇੰਨਾ ਹੀ ਹੈ ਕਿ ਆਪ ਜੀ ਨੂੰ ਸੂਚਨਾ ਦੇ ਦਿੱਤੀ ਜਾਏ ਕਿ ਯੂਨੀਵਰਸਲ ਸਿੱਖ ਬ੍ਰਦਰਹੁੱਡ ਚੈਨਲ ਅਸੀਂ ਕਿਸ ਮਕਸਦ ਵਾਸਤੇ ਸ਼ੁਰੂ ਕੀਤਾ ਹੈ। ਸਤਿਗੁਰੂ ਜੀ ਦੀ ਮੱਤ ਸਾਨੂੰ ਗੁਰੂ ਕੀ ਬਾਣੀ ਰਾਹੀਂ ਅਤੇ ਸਤਿਗੁਰੂ ਜੀ ਦੇ ਇਤਿਹਾਸ ਰਾਹੀਂ ਪ੍ਰਾਪਤ ਹੁੰਦੀ ਹੈ। ਸੋ ਇਸ ਚੈਨਲ ਤੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਵੀ ਸੰਗਤਾਂ ਤੱਕ ਪਹੁੰਚਾਉਣੀ ਹੈ ਅਤੇ ਇਸ ਦੇ ਨਾਲ ਨਾਲ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਤੋਂ ਲੈ ਕੇ ਤੇ ਲੜੀਵਾਰ ਗੁਰੂ ਇਤਿਹਾਸ, ਸਿੱਖ ਇਤਿਹਾਸ ਵੀ ਆਪ ਜੀ ਤੱਕ ਪਹੁੰਚਾਉਣ ਦਾ ਯਤਨ ਕਰਨਾ ਹੈ। ਸਾਡੀ ਇੱਛਾ ਹੈ ਕਿ ਸਮੁੱਚੀ ਸਿੱਖ ਬ੍ਰਦਰਹੁੱਡ ਦਾ ਇਹ ਚੈਨਲ ਹੋਵੇ। ਆਪਣੇ ਵੱਲੋਂ ਇਸੇ ਭਾਵਨਾ ਨਾਲ ਪ੍ਰਾਰੰਭ ਕੀਤਾ ਹੈ ਤੇ ਇਸ ਲਈ ਆਰੰਭ ਵਿੱਚ ਹੀ ਮੈਂ ਆਪ ਜੀ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਸ ਪਾਸ ਵੀ ਇਹ ਵੀਡੀਓ ਪਹੁੰਚਦੀ ਹੈ, ਅਗਰ ਗੁਰਮਤ ਨਾਲ, ਗੁਰਬਾਣੀ ਨਾਲ, ਗੁਰੂ ਨਾਲ ਪ੍ਰੇਮ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਵੀ ਇਸ ਸਿੱਖ ਬ੍ਰਦਰਹੁੱਡ ਦੇ ਅੰਦਰ ਸ਼ਾਮਲ ਹੋਵੋ। ਹੋਰਨਾਂ ਨੂੰ ਵੀ ਪ੍ਰੇਰਨਾ ਕਰੋ, ਸ਼ੇਅਰ ਕਰੋ ਵੀਡੀਓਜ਼, ਅਤੇ ਗੁਰੂ ਕੀਆਂ ਸਾਖੀਆਂ, ਗੁਰੂ ਕੀ ਬਾਣੀ ਗੁਰਸਿੱਖ ਲਾਇਕ ਤਾਂ ਕਰਨਗੇ ਹੀ, ਇਹ ਆਖਣ ਦੀ ਜ਼ਰੂਰਤ ਨਹੀਂ। ਸੋ ਇਹ ਪ੍ਰਮੁੱਖ ਬੇਨਤੀਆਂ ਨੇ। ਅੱਜ ਮੈਂ ਕੇਵਲ ਮਿਸਾਲ ਦੇ ਤੌਰ ਤੇ ਗੁਰੂ ਕੀਆਂ ਸਾਖੀਆਂ ਵਿੱਚੋਂ ਇੱਕ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਸਾਡਾ ਦਰਅਸਲ ਭਾਵ ਕੀ ਹੈ ਇਸ ਚੈਨਲ ਦੇ ਰਾਹੀਂ ਗੁਰੂ ਇਤਿਹਾਸ ਪਹੁੰਚਾਉਣ ਦਾ। ਅਨੇਕਾਂ ਸਾਖੀਆਂ ਨੇ ਜਿਨ੍ਹਾਂ ਵਿੱਚੋਂ ਅੱਜ ਮੈਂ ਇੱਕ ਦਾ ਜ਼ਿਕਰ ਕਰਾਂਗਾ, ਉਹ ਵੀ ਸੰਖੇਪ ਵਿੱਚ। ਫਿਰ ਲੜੀਵਾਰ ਵਿਚਾਰ ਵਿੱਚ ਆਪਾਂ ਡਿਟੇਲ ਸਹਿਤ ਵਿਚਾਰ ਸਾਂਝੀ ਕਰਾਂਗੇ। ਪਿਤਾ ਮਹਿਤਾ ਕਾਲੂ ਜੀ ਨੇ ਬਾਬਾ ਨਾਨਕ ਜੀ ਨੂੰ ਆਖਿਆ, ਪੁੱਤਰ, ਬਚਪਨ ਵਿੱਚ ਅਨੇਕਾਂ ਨਗਰ ਦੇ ਬੱਚੇ ਬਾਲ ਕੇ ਘਰ ਦੇ ਡੰਗਰਾਂ ਨੂੰ ਚਰਾਉਣ ਵਾਸਤੇ ਖੇਤਾਂ ਵਿੱਚ, ਝਰਾਂਦਾਂ ਵਿੱਚ ਲੈ ਕੇ ਜਾਂਦੇ ਨੇ, ਤੇ ਤੇਰੇ ਪਾਸ ਵੀ ਵਕਤ ਹੁੰਦਾ ਹੈ ਤੇ ਇਹ ਜ਼ਿੰਮੇਵਾਰੀ ਥੋੜੀ ਤੂੰ ਵੀ ਨਿਭਾ। ਬਾਬਾ ਨਾਨਕ ਜੀ ਨੇ ਹੱਥ ਜੋੜ ਲਏ ਪਿਤਾ ਜੀ ਦੇ ਅੱਗੇ, ਜਿਵੇਂ ਆਗਿਆ ਸਤ ਬਚਨ, ਮੈਂ ਆਪ ਜੀ ਦੇ ਹੁਕਮ ਦੀ ਪਾਲਣਾ ਕਰਾਂਗਾ। ਪਸ਼ੂ ਚਰਾਵਣ ਵਾਸਤੇ ਹਜ਼ੂਰ ਲੈ ਕੇ ਜਾਂਦੇ ਨੇ ਤੇ ਇਹਨਾਂ ਹੀ ਦਿਨਾਂ ਦੀਆਂ ਕੁਝ ਪ੍ਰਮੁੱਖ ਘਟਨਾਵਾਂ ਸਿੱਖ ਇਤਿਹਾਸ ਵਿੱਚ ਆਉਂਦੀਆਂ ਨੇ, ਜਿਵੇਂ ਸਾਹਿਬ ਦਰਖਤ ਹੇਠ ਵਿਸਰਾਮ ਕਰਦੇ ਨੇ, ਸੂਰਜ ਦੇ ਰੁਖ ਬਦਲਣ ਨਾਲ ਪਰਛਾਵੇਂ ਢਲ ਗਏ ਤੇ ਇੱਕ ਸਰਪ ਨੇ ਆ ਕੇ ਛਾਂ ਕੀਤੀ। ਜਾਂ ਇੱਕ ਕਥਾ ਇਉਂ ਵੀ ਹੈ ਕਿ ਸਭ ਦਰਖਤਾਂ ਦੇ ਪਰਛਾਵੇਂ ਢਲ ਗਏ, ਪਰ ਸਤਿਗੁਰੂ ਜੀ ਜਿਸ ਦਰਖਤ ਹੇਠ ਵਿਸਰਾਮ ਕਰ ਰਹੇ ਸਨ, ਉਹ ਪਰਛਾਵਾਂ ਨਹੀਂ ਢਲਿਆ। ਇਉਂ ਹੀ ਇੱਕ ਸਾਖੀ ਹੈ ਜਿਸ ਦਾ ਮੈਂ ਅੱਜ ਜ਼ਿਕਰ ਕਰਨਾ ਚਾਹੁੰਦਾ ਹਾਂ। ਉਹ ਸਾਖੀ ਇਉਂ ਸੁਣਾਈ ਜਾਂਦੀ ਹੈ ਕਿ ਸਤਿਗੁਰੂ ਜੀ ਪਸ਼ੂ ਚਰਾਵਣ ਵਾਸਤੇ ਲੈ ਕੇ ਗਏ ਝਰਾਂਦ ਵਿੱਚ ਤੇ ਆਪ ਦਰਖਤ ਹੇਠ ਵਿਸਰਾਮ ਕਰਨ ਲਈ ਲੇਟ ਗਏ। ਨੀਂਦਰ ਆ ਗਈ ਤੇ ਪਸ਼ੂ ਜਿਹੜੇ ਸਨ ਉਹ ਕਿਸੇ ਕਿਸਾਨ ਦੇ ਖੇਤ ਵਿੱਚ ਪੈ ਗਏ। ਸੁਭਾਵਿਕ ਸੀ, ਜੇ ਪਸ਼ੂ ਪਏ ਨੇ ਤੇ ਉਹ ਫਸਲ ਨੂੰ ਮੂੰਹ ਮਾਰਨਗੇ ਹੀ। ਅਚਾਨਕ ਉਹ ਕਿਸਾਨ ਵੀ ਖੇਤਾਂ ਵੱਲ ਗੇੜਾ ਮਾਰਨ ਆ ਜਾਂਦਾ ਹੈ। ਜਿਸ ਵੇਲੇ ਉਹ ਆਉਂਦਾ ਹੈ ਤੇ ਬੜਾ ਨਾਰਾਜ਼ ਹੁੰਦਾ ਹੈ, ਕ੍ਰੋਧ ਨਾਲ ਭਰ ਜਾਂਦਾ ਹੈ ਕਿ ਨਾਨਕ ਆਪ ਸੁੱਤੇ ਪਏ ਨੇ
ਤੇ ਇਹਨਾਂ ਦੇ ਪਸ਼ੂ ਮੇਰੀ ਖੇਤੀ ਉਜਾੜ ਰਹੇ ਨੇ। ਤੇ ਉਹ ਗੁੱਸੇ ਵਿੱਚ ਆਇਆ ਹੋਇਆ ਸ਼ਿਕਾਇਤ ਵੀ ਕਰਦਾ ਹੈ ਇਲਾਕੇ ਦੇ ਹਾਕਮ, ਪਿੰਡ ਦੇ ਮੁਖੀਏ ਰਾਏ ਬੁਲਾਰ ਜੀ ਦੇ ਪਾਸ ਕਿ ਨਾਨਕ ਦੇ ਪਸ਼ੂਆਂ ਨੇ ਮੇਰਾ ਖੇਤ ਉਜਾੜ ਦਿੱਤਾ ਹੈ। ਰਾਏ ਬੁਲਾਰ ਜੀ ਆਪਣੇ ਅਹਿਲਕਾਰਾਂ ਨੂੰ, ਆਦਮੀਆਂ ਨੂੰ ਭੇਜਦੇ ਹਨ ਕਿ ਜਾਓ, ਜਾ ਕੇ ਦੇਖ ਕੇ ਆਓ ਕਿੰਨਾ ਖੇਤ ਉਜੜਿਆ ਹੈ। ਸਾਖੀ ਇਉਂ ਚੱਲਦੀ ਹੈ ਕਿ ਜਦੋਂ ਉਹ ਆਦਮੀ ਜਾਂਦੇ ਨੇ ਦੇਖਣ ਵਾਸਤੇ ਤੇ ਖੇਤਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਫਸਲਾਂ ਲਹਿ ਲਹਾਉਂਦੀਆਂ ਹਨ, ਕਿਸਾਨ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਤੇ ਇਹ ਕਥਾ ਇੱਥੇ ਅਸੀਂ ਮੁਕਾ ਦਿੰਦੇ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਤਿਗੁਰੂ ਦੀ ਨਜ਼ਰ ਜਿਸ ਖੇਤ ਤੇ ਹੋ ਜਾਏ, ਉਹ ਖੇਤ ਲਹਿ ਲਹਾ ਜਾਣ, ਹਰਿਆਵਲਾਂ ਨਾਲ ਭਰ ਜਾਣ, ਕੋਈ ਵੱਡੀ ਗੱਲ ਨਹੀਂ। ਮਨੁੱਖ ਦੀ ਜ਼ਿੰਦਗੀ ਨੂੰ ਸਤਿਗੁਰੂ ਹਰਿਆਵਲਾਂ ਨਾਲ ਭਰ ਦਿੰਦੇ ਰਹੇ, ਖੇਤ ਕੀ ਚੀਜ਼ ਨੇ। ਇਹ ਗੱਲ ਵੱਖਰੀ ਹੈ ਕਿ ਤਰਕ ਕਰਨ ਵਾਸਤੇ ਅਸੀਂ ਇਉਂ ਸੋਚਿਆ ਕਰਦੇ ਹਾਂ ਕਿ ਜਿੱਥੋਂ ਤੱਕ ਮੇਰੀ ਪਹੁੰਚ ਹੈ, ਖਬਰੇ ਉੱਥੇ ਤੱਕ ਕਹਾਣੀ ਖਤਮ ਹੋ ਜਾਂਦੀ ਹੈ। ਸਾਡੀ ਸਮਰੱਥਾ ਆਪਣੀ ਘੱਟ ਹੈ ਤਾਂ ਅਸੀਂ ਗੁਰੂ ਦੀ ਸਮਰੱਥਾ ਤੇ ਵੀ ਸ਼ੰਕਾ ਕਰਦੇ ਹਾਂ। ਪਰ ਜਿਸ ਨਜ਼ਰੀਏ ਨਾਲ ਮੈਂ ਸਾਖੀਆਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ, ਉਹ ਥੋੜਾ ਜਿਹਾ ਇਸ ਤੋਂ ਨਿਵੇਕਲਾ ਹੈ। ਸਤਿਗੁਰੂ ਜੀ ਦੇ ਪਸ਼ੂ ਖੇਤ ਚਰ ਗਏ ਤੇ ਪਸ਼ੂ ਚਾਰਨ ਗਏ, ਸਤਿਗੁਰੂ ਆਪ ਲੇਟੇ ਰਹੇ, ਸੌਂ ਗਏ। ਬੜੀ ਨਿਮਰਤਾ ਨਾਲ ਮੈਂ ਬੇਨਤੀ ਕਰਦਾ ਹਾਂ, ਕੋਈ ਅਨਮਤ ਦਾ ਬੰਦਾ ਜੇ ਪੁੱਛੇ ਕਿ ਇਹ ਤਾਂ ਫਿਰ ਗੈਰ ਜ਼ਿੰਮੇਦਾਰਾਨਾ ਗੱਲ ਹੋਈ ਕਿ ਪਸ਼ੂ ਚਰਾਉਣ ਗਏ ਤੇ ਪਸ਼ੂਆਂ ਦਾ ਖਿਆਲ ਹੀ ਨਾ ਰੱਖਿਆ। ਕਿ ਗੁਰੂ ਨਾਨਕ ਨੇ ਸਾਨੂੰ ਇਹ ਮੱਤ ਦਿੱਤੀ ਹੈ ਕਿ ਆਪਣੀ ਡਿਊਟੀ ਤੋਂ ਅਵੇਸਲੇ ਹੋ ਜਾਓ, ਕੋਈ ਖਿਆਲ ਹੀ ਨਾ ਰੱਖੋ, ਕਿਸੇ ਦੇ ਭਾਵੇਂ ਖੇਤ ਉੱਜੜ ਜਾਣ। ਮੰਨ ਲਿਆ ਗੁਰੂ ਨਾਨਕ ਸਮਰੱਥਾਵਾਨ ਸਨ, ਲਹਿ ਲਹਾਉਂਦੇ ਕਰ ਦਿੱਤੇ, ਪਰ ਸਾਡੇ ਪਾਸ ਤਾਂ ਇਹ ਸਮਰੱਥਾ ਹੈ ਨਹੀਂ। ਅਸੀਂ ਕੀ ਸਿੱਖਿਆ ਲੈਣੀ ਹੈ? ਤੋ ਇਸ ਸਾਖੀ ਨੂੰ ਥੋੜਾ ਗਹਿਰਾਈ ਤੱਕ ਸਮਝਣ ਦੀ ਜ਼ਰੂਰਤ ਹੈ। ਪੁਰਾਣੇ ਸਮਿਆਂ ਵਿੱਚ ਇੱਕ ਰਹੁ ਰੀਤੀ ਰਹੀ ਹੈ ਕਿ ਜਦੋਂ ਕੋਈ ਸਬਕ ਦੇਣਾ ਹੋਵੇ, ਸਿੱਖਿਆ ਸਮਝਾਉਣੀ ਹੋਵੇ, ਤਾਂ ਆਮ ਤੌਰ ਤੇ ਕੋਈ ਨਾ ਕੋਈ ਕਹਾਣੀ ਬਣਾ ਕੇ ਸੁਣਾਈ ਜਾਂਦੀ ਸੀ। ਇਉਂ ਹੀ ਇਤਿਹਾਸ ਦੀਆਂ ਸਾਖੀਆਂ ਨੂੰ ਵੀ ਉਹ ਰੰਗਤ ਦਿੱਤੀ ਜਾਂਦੀ ਸੀ ਕਿ ਮਨੁੱਖ ਨੂੰ ਸਮਝ ਆ ਜਾਏ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਜੋ ਮੱਤ ਹੈ ਨਾ, ਉਹ ਅਵੇਸਲੇ ਹੋਣ ਵਾਲੀ ਬਿਲਕੁਲ ਨਹੀਂ। ਕਿਸਾਨ ਦੀ ਵੀ ਆਪਣੀ ਸੋਚ ਹੈ। ਪਸ਼ੂ ਕਿਨਾਰੇ ਦੀ ਵੱਟ ਤੇ ਵੀ, ਫਸਲ ਦੇ ਕਿਨਾਰੇ ਤੇ ਵੀ ਚੁਗਦੇ ਹੋਣ, ਤੇ ਜਿਸ ਵੇਲੇ ਖੇਤਾਂ ਦਾ ਮਾਲਕ ਆਉਂਦਾ ਹੈ, ਅਸਾਂ ਖੇਤੀਬਾੜੀ ਕੀਤੀ ਵੀ ਹੈ ਤੇ ਕਰਦੇ ਦੇਖੇ ਵੀ ਨੇ, ਕਿਸਾਨ ਦੇ ਮਨ ਅੰਦਰ ਆ ਜਾਂਦਾ ਹੈ, ਬਸ ਮੇਰਾ ਖੇਤ ਤਾਂ ਉਜੜ ਗਿਆ। ਤੇ ਉਹ ਕ੍ਰੋਧ ਵਿੱਚ ਵੀ ਆਏਗਾ। ਜਿਸ ਵੇਲੇ ਕ੍ਰੋਧ ਵਿੱਚ ਕੋਈ ਮਨੁੱਖ ਆ ਜਾਂਦਾ ਹੈ, ਉਸ ਦੀ ਬਿਰਤੀ ਤਾਂ ਬਦਲਦੀ ਹੀ ਹੈ, ਉਸ ਦੀ ਦ੍ਰਿਸ਼ਟੀ ਵੀ ਬਦਲ ਜਾਂਦੀ ਹੈ। ਉਸ ਨੂੰ ਸੱਚ ਦਿਖਾਈ ਨਹੀਂ ਦਿੰਦਾ, ਉਸ ਨੂੰ ਕੁਝ ਹੋਰ ਹੀ ਦਿਖਾਈ ਦਿੰਦਾ ਹੈ। ਖੂਨ ਅੱਖਾਂ ਵਿੱਚ ਉਤਰ ਆਉਂਦਾ ਹੈ। ਤੇ ਸੁਭਾਵਿਕ ਸੀ ਕ੍ਰੋਧ ਵਿੱਚ ਆਇਆ, ਕਿਸਾਨ ਸ਼ਿਕਾਇਤ ਵੀ ਕਰੇ। ਪਰ ਸਵਾਲ ਇਹ ਹੈ, ਗੁਰੂ ਨਾਨਕ ਅਵੇਸਲੇ ਨਹੀਂ ਹੋ ਸਕਦੇ। ਤੇ ਸਤਿਗੁਰੂ ਜੀ ਨੇ ਸਾਨੂੰ ਵੀ ਮੱਤ ਦਿੱਤੀ ਹੈ। ਬਾਹਰ ਦੇ ਪਸ਼ੂਆਂ ਦੀ ਤਾਂ ਗੱਲ ਛੱਡੋ, ਪਸ਼ੂ ਕੋਈ ਬੁਰੀ ਚੀਜ਼ ਨਹੀਂ। ਪਸ਼ੂ ਵੀ ਘਾਹ ਪੱਠਾ ਖਾ ਕੇ ਦੁੱਧ ਦਿੰਦੇ ਨੇ, ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਉਸ ਮਨੁੱਖ ਨਾਲੋਂ ਚੰਗੇ ਆਖਿਆ ਹੈ ਜਿਹੜਾ ਮਨੁੱਖ ਮਨੁੱਖੀ ਜਾਮਾ ਪਾ ਕੇ ਤੇ ਫਿਰ ਨਿਰੰਕਾਰ ਨੂੰ ਚੇਤੇ ਨਾ ਕਰੇ, ਦਾਤੇ ਨੂੰ ਭੁੱਲ ਜਾਏ ਜਿਸ ਨੇ ਜ਼ਿੰਦਗੀ ਦਿੱਤੀ ਹੈ। ਹਜ਼ੂਰ ਦੇ ਬਚਨ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ, ਪਸ਼ੂ ਮਿਲਹਿ ਚੰਗਿਆਈਆਂ, ਖੜ ਖਾਵਹਿ ਅੰਮ੍ਰਿਤ ਦੇਹ, ਨਾਮ ਵਿਹੂਣੇ ਆਦਮੀ, ਤ੍ਰਿਗ ਜੀਵਨ ਕਰਮ ਕਰੇ। ਹੁਣ ਹੈ ਸਵਾਲ ਕਿ ਅਸੀਂ ਵੀ ਪਸ਼ੂਆਂ ਨੂੰ ਚਰਾਉਂਦੇ ਹਾਂ। ਜ਼ਰੂਰੀ ਨਹੀਂ ਖੇਤਾਂ ਵਿੱਚ ਲੈ ਕੇ ਜਾਈਏ, ਜ਼ਿੰਦਗੀ ਨੂੰ ਨੇੜਿਓਂ ਹੋ ਕੇ ਸਮਝਣ ਦੀ ਲੋੜ ਹੈ। ਅਸੀਂ ਵੀ ਚਰਾਉਂਦੇ ਹਾਂ, ਸਾਡਾ ਹਰ ਇੰਦਰਾ ਪਸ਼ੂ ਹੈ। ਤੇ ਪਸ਼ੂ ਬੁਰਾ ਨਹੀਂ ਹੁੰਦਾ, ਮੈਂ ਫਿਰ ਆਖਦਾ ਹਾਂ, ਪਸ਼ੂ ਬੁਰੇ ਨਹੀਂ ਜੇ ਕੰਟਰੋਲ ਵਿੱਚ ਰਹਿਣ।
ਫਿਰ ਤਾਂ ਘਾਹ ਖਾ ਕੇ ਦੁੱਧ ਦਿੰਦੇ ਨੇ। ਜੇ ਕੰਟਰੋਲ ਤੋਂ ਬਾਹਰ ਹੋ ਜਾਣ ਤਾਂ ਫਿਰ ਲੋਕਾਂ ਦੀਆਂ ਫਸਲਾਂ ਵੀ ਉਜਾੜਦੇ ਨੇ। ਸਾਡਾ ਹਰ ਇੰਦਰਾ ਮਾਨੋ ਇੱਕ ਪਸ਼ੂ ਦੀ ਨਿਆਈ ਹੀ ਹੈ। ਜੇ ਇਸ ਨੂੰ ਕਾਬੂ ਵਿੱਚ ਰੱਖੀਏ ਤਾਂ ਇਹ ਅੱਖਾਂ ਸੰਸਾਰ ਦੀ ਸੁੰਦਰਤਾ ਨੂੰ ਦੇਖਣ ਤੇ ਆਪ ਮੁਹਾਰੀਆਂ ਹੋ ਕੇ ਕਿਸੇ ਦੇ ਰੂਪ ਨੂੰ ਤੱਕ ਕੇ ਉਸ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਮਨ ਵਿੱਚ ਨਾ ਪੈਦਾ ਹੋਵੇ। ਕਿਸੇ ਦਾ ਖੇਤ ਉਜਾੜਨ ਵੱਲ ਨਾ ਤੁਰਨ, ਬਲਕਿ ਗੁਰਬਾਣੀ ਅੰਦਰ ਬਚਨ ਆਏ ਨੇ, ਦੁਨੀਆ ਦਾ ਚਿੱਤਰ ਬੜਾ ਪਿਆਰਾ ਹੈ ਤੇ ਇਸ ਖੂਬਸੂਰਤ ਚਿੱਤਰ ਨੂੰ ਖੂਬਸੂਰਤ ਆਖੋ, ਤੱਕੋ ਵੀ, ਪਰ ਨਾਲ ਚੇਤੇ ਰੱਖੋ ਜਿਸ ਨੇ ਬਣਾਇਆ ਹੈ ਉਹ ਚਿੱਤਰਕਾਰ ਕਿੰਨਾ ਸਿਆਣਾ ਹੋਵੇਗਾ। ਚਿੱਤਰ ਨੂੰ ਦੇਖ ਕੇ ਚਿੱਤਰਕਾਰ ਨਾਲ ਜੁੜ ਜਾਏ ਕੋਈ ਮਨੁੱਖ ਤਾਂ ਉਹਨੂੰ ਦੇਖਣ ਦੀ ਜਾਚ ਆਉਂਦੀ ਹੈ। ਉਸ ਦੀਆਂ ਅੱਖਾਂ ਆਪ ਮੁਹਾਰੇ ਪਸ਼ੂ ਨਹੀਂ ਬਣੀਆਂ। ਚਿੱਤਰ ਬਚਿੱਤਰ ਇਹ ਹੈ ਅਵਚੇਰਾ, ਤਜ ਚਿੱਤਰੈ ਚਿੱਤ ਰਾਖ ਚਿਤੇਰਾ। ਚਿੱਤਰ ਨੂੰ ਛੱਡ ਚਿੱਤਰਕਾਰ ਨੂੰ ਚੇਤੇ ਕਰ। ਇਉਂ ਹੀ ਸਾਡੇ ਕੰਨਾਂ ਦੇ ਪਸ਼ੂ ਨੇ। ਸਾਨੂੰ ਆਪਣੀ ਵਡਿਆਈ ਕੋਈ ਝੂਠੀ ਹੀ ਕਰੇ, ਪਤਾ ਹੁੰਦਾ ਹੈ ਆਪਣੇ ਆਪ ਨੂੰ ਕਿ ਇਹ ਆਦਮੀ ਕੇਵਲ ਖੁਸ਼ਾਮਦ ਕਰ ਰਿਹਾ ਹੈ, ਕੋਈ ਗਰਜ ਹੋਵੇਗੀ, ਪਰ ਸਾਨੂੰ ਫਿਰ ਵੀ ਉਹ ਝੂਠੀ ਵਡਿਆਈ ਵੀ ਆਪਣੀ ਚੰਗੀ ਲੱਗਦੀ ਹੈ। ਇਉਂ ਹੀ ਕਿਸੇ ਦੀ ਕੋਈ ਨਿੰਦਿਆ ਕਰੇ, ਭਾਵੇਂ ਉਹ ਔਗਣ ਕਿਸੇ ਵਿੱਚ ਨਾ ਵੀ ਹੋਣ, ਪਰ ਕੋਈ ਸੁਣਾਉਣ ਵਾਲਾ ਮਿਲ ਜਾਏ, ਕੰਨਾਂ ਨੂੰ ਬੜਾ ਰਸ ਆਉਣ ਲੱਗ ਪੈਂਦਾ ਹੈ। ਇਹ ਅਵਾਰਾ ਪਸ਼ੂਆਂ ਵਾਲੀ ਹਾਲਤ ਹੈ। ਜਿਸ ਵੇਲੇ ਮਨੁੱਖ ਨੂੰ ਆਪਣੀ ਝੂਠੀ ਵਡਿਆਈ ਚੰਗੀ ਲੱਗੇ, ਦੂਜੇ ਦੇ ਝੂਠੇ ਔਗਣ ਪਿਆਰੇ ਲੱਗਣ ਲੱਗ ਪੈਣ, ਸੁਣ ਕੇ ਖੁਸ਼ ਹੋਵੇ, ਤਾਂ ਸਮਝ ਲੈਣਾ ਚਾਹੀਦਾ ਇਹ ਦੋਵਾਂ ਕੰਨਾਂ ਦੇ ਪਸ਼ੂ ਵੀ ਆਪ ਮੁਹਾਰੇ ਨੇ। ਇਹ ਝੂਠੀ ਨਿੰਦਿਆ ਜੇ ਸੁਣਦੇ ਨੇ ਤਾਂ ਕਰਨਗੇ ਵੀ। ਸਾਡੇ ਸਰੀਰ ਦਾ ਇੱਕ ਸਿਸਟਮ ਹੈ ਤੇ ਉਹ ਸਿਸਟਮ ਇਹ ਹੈ, ਜੋ ਅਸੀਂ ਸੁਣਦੇ ਹਾਂ ਅੱਜ ਨਹੀਂ ਤੇ ਕੱਲ ਸਹੀ, ਦੇਰ ਅਬੇਰ ਅਸੀਂ ਉਹ ਬੋਲਣ ਵੀ ਲੱਗ ਪੈਂਦੇ ਹਾਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਕੰਨਾਂ ਨੂੰ ਮੁਖਾਤਬ ਕਰਕੇ ਆਨੰਦ ਦੀ ਪਾਵਨ ਬਾਣੀ ਵਿੱਚ। ਹਜ਼ੂਰ ਕਹਿੰਦੇ ਨੇ, ਇਹ ਸ਼ਰਵਣ ਹੋ ਮੇਰੇ ਹੋ, ਸੱਚੈ ਸੁਣਨੇ ਨੂੰ ਪਠਾਏ। ਤੁਹਾਨੂੰ ਸੱਚ ਸੁਣਨ ਵਾਸਤੇ, ਅਟਲ ਰਹਿਣ ਵਾਲੇ ਪ੍ਰਭੂ ਦਾ ਜ਼ਿਕਰ ਸੁਣਨ ਵਾਸਤੇ ਭੇਜਿਆ ਹੈ। ਤੇ ਇਕੱਲੇ ਕੰਨ ਭੇਜ ਦਿੱਤੇ ਜਾਣ ਕਿਸੇ ਕੰਮ ਨਹੀਂ, ਸੁਣਨ ਦੀ ਸਮਰੱਥਾ ਨਹੀਂ ਰਹੇਗੀ। ਸੁਣਦੇ ਵੀ ਤਾਂ ਹੀ ਨੇ ਜੇ ਸਰੀਰ ਨਾਲ ਲੱਗੇ ਹੋਏ ਨੇ। ਇਹ ਸ਼ਰਵਣ ਹੋ ਮੇਰੇ ਹੋ, ਸੱਚੈ ਸੁਣਨੇ ਨੂੰ ਪਠਾਏ। ਸੱਚੈ ਸੁਣਨੇ ਨੂੰ ਪਠਾਏ, ਸਰੀਰ ਲਾਏ। ਸੁਣੋ ਸਤ ਬਾਣੀ, ਨਤੀਜਾ ਕੀ ਹੋਵੇਗਾ? ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੁਣਿਆ ਕੰਨਾਂ ਤੋਂ ਸੀ, ਪਰ ਰਸ ਜ਼ੁਬਾਨ ਵਿੱਚ ਵੀ ਭਰ ਗਿਆ। ਜਿਹੜਾ ਆਦਮੀ ਜ਼ਿਕਰੇ ਖੁਦਾ ਸੁਣਦਾ ਹੈ, ਪਰਮਾਤਮਾ ਦੀ ਸਿਫਤ ਸਲਾਹ ਸੁਣਨ ਦਾ ਸ਼ੌਕੀਨ ਬਣ ਜਾਂਦਾ ਹੈ, ਆਸ਼ਿਕ ਬਣ ਜਾਂਦਾ ਹੈ, ਉਸ ਦੀ ਰਸਨਾ ਸੁਤੇ ਸਿੱਧ ਹੀ ਗਾਉਣ ਵੀ ਲੱਗ ਪਵੇਗੀ। ਕੋਈ ਉਚੇਚ ਕਰਨ ਦੀ ਲੋੜ ਹੀ ਨਹੀਂ ਪੈਂਦੀ। ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚ ਸੁਣਨੇ ਨੂੰ ਪਠਾਏ। ਤੇ ਜਿਸ ਵੇਲੇ ਉਸ ਸੱਤ ਨੂੰ ਛੱਡ ਕੇ ਕੰਨ ਕੂੜ ਵਾਲੇ ਪਾਸੇ ਹੋ ਜਾਣ, ਤਾਂ ਫਿਰ ਦੂਜੇ ਦੀ ਨਿੰਦਿਆ ਸੁਣ ਕੇ ਸਵਾਦ ਲੈਣ ਦਾ ਮਤਲਬ ਕੀ ਹੈ? ਇੱਕੋ ਹੀ ਹੈ ਨਾ, ਕਿ ਦੂਜੇ ਦਾ ਖੇਤ ਉਜੜੇ, ਉਸ ਦੀ ਨਿੰਦਾ ਵੱਧ ਤੋਂ ਵੱਧ ਫੈਲੇ, ਉਸ ਦੀ ਬਦਨਾਮੀ ਹੋਵੇ। ਤਾਂ ਇਹ ਆਪ ਮੁਹਾਰੇ ਪਸ਼ੂ ਬਣ ਗਏ। ਇਉਂ ਹੀ ਜ਼ੁਬਾਨ ਦੀ ਹਾਲਤ ਹੈ। ਨਿਰੰਕਾਰ ਨੇ ਜਿਹੜਾ ਗੁਣ ਜ਼ੁਬਾਨ ਨੂੰ ਦਿੱਤਾ ਹੈ, ਕਮਾਲ ਦਾ ਹੈ। ਇੱਕ ਤਾਂ ਸਾਡੇ ਪਾਸ ਬੋਲਣ ਦੀ ਸਮਰੱਥਾ ਹੈ, ਦੂਜੀ ਖਾਸ ਸਮਰੱਥਾ ਇਹ ਹੈ ਕਿ ਭੋਜਨ ਤਾਂ ਅਸੀਂ ਪੇਟ ਭਰਨ ਵਾਸਤੇ ਖਾਣਾ ਹੈ, ਪੂਰੇ ਸਰੀਰ ਨੂੰ ਐਨਰਜੀ ਮਿਲੇ। ਪਰ ਨਿਰੰਕਾਰ ਦੀ ਕਿੱਡੀ ਕਿਰਪਾ ਹੈ, ਜਦ ਭੋਜਨ ਅਸੀਂ ਜ਼ੁਬਾਨ ਤੇ ਰੱਖਨੇ ਆ ਤਾਂ ਜ਼ੁਬਾਨ ਸਵਾਦ ਵੀ ਦੇਣ ਲੱਗ ਪੈਂਦੀ ਹੈ। ਉਸ ਭੋਜਨ ਦਾ ਮਜ਼ਾ ਵੀ ਅਸੀਂ ਮਾਣਦੇ ਹਾਂ। ਜਿਹੜੀ ਬਾਕੀ ਤਾਕਤ ਸਰੀਰ ਨੂੰ ਮਿਲਣੀ ਹੈ, ਉਹ ਤਾਂ ਮਿਲਣੀ ਹੀ ਹੈ। ਸਰੀਰ ਦੇ ਕਿਸੇ ਹੋਰ ਅੰਗ ਤੇ, ਕਿਸੇ ਚਮੜੀ ਦੇ ਹਿੱਸੇ ਤੇ ਕੋਈ ਸਵਾਦ ਤੋਂ ਸਵਾਦ ਪਦਾਰਥ ਵੀ ਤੁਸੀਂ ਰੱਖ ਲਓ ਤਾਂ ਵੀ
ਸਾਡੀ ਚਮੜੀ ਉਸ ਦਾ ਸਵਾਦ ਦੱਸ ਨਹੀਂ ਸਕੇਗੀ। ਸਵਾਦ ਦੱਸਣ ਦੀ ਸਮਰੱਥਾ ਜ਼ੁਬਾਨ ਦੇ ਪਾਸ ਹੀ ਹੈ। ਪਰ ਜੇ ਇਹ ਆਪ ਮੁਹਾਰੀ ਹੋ ਜਾਏ, ਇਸ ਤੇ ਅਸੀਂ ਕਾਬੂ ਨਾ ਰੱਖੀਏ, ਸਾਵਧਾਨੀ ਨਾ ਵਰਤੀਏ, ਜਾਗਰਤ ਨਾ ਰਹੀਏ, ਤਾਂ ਫਿਰ ਇਹ ਪੇਟ ਭਰਨ ਦਾ ਖਿਆਲ ਜਾਏ ਭੁੱਲ ਤੇ ਸਵਾਦਾਂ ਖਾਤਰ ਖਾਣ ਲੱਗ ਪਈਏ। ਪਸ਼ੂ ਆਪ ਮੁਹਾਰਾ ਹੋ ਗਿਆ, ਫਾਲਤੂ ਅਨਾਜ ਦਾ ਉਜਾੜਾ ਕਰੇਗਾ ਤੇ ਨਾਲ ਸਰੀਰ ਦੀ ਬਰਬਾਦੀ ਤਾਂ ਕਰੇਗਾ ਹੀ। ਇਉਂ ਸਾਡੇ ਸਾਰੇ ਇੰਦਰੀਆਂ ਦੀ ਹਾਲਤ ਹੈ। ਇਹ ਪਸ਼ੂ ਨੇ, ਜੇ ਰੱਖੀਏ ਕੰਟਰੋਲ ਵਿੱਚ, ਸਾਵਧਾਨ ਰਹੀਏ, ਤਾਂ ਖੜ ਖਾਵੇ ਅੰਮ੍ਰਿਤ ਦੇਹ ਦੀ ਅਵਸਥਾ ਤੱਕ ਪੁੱਜ ਜਾਣ। ਇਹ ਕੁਦਰਤ ਨੂੰ ਦੇਖਣ ਅੱਖਾਂ ਤੇ ਕਾਦਰ ਦਾ ਚੇਤਾ ਆ ਜਾਏ। ਜ਼ੁਬਾਨ ਬੋਲੇ ਕੁਝ ਤਾਂ ਹਰੀ ਦੇ ਗੁਣ ਗਾਵੇ। ਨਾਮਦੇਵ ਭਗਤ ਜੀ ਨੇ ਆਖਿਆ ਹੈ, ਉਹ ਕਹਿੰਦੇ ਨੇ, ਮਨ ਮੇਰੋ ਗਾਜ, ਜਿਹਬਾ ਮੇਰੀ ਕਾਤੀ, ਮਪ ਮਪ ਕਾਟੋਂ ਜਮ ਕੀ ਫਾਸੀ। ਮੇਰੀ ਜ਼ੁਬਾਨ ਕੈਂਚੀ ਦੀ ਨਿਆਈ ਹੈ, ਮਨ ਗੱਜ ਹੈ, ਬੜਾ ਖਿਆਲ ਨਾਲ ਮਿਣਤੀਆਂ ਕਰਦਾ ਹੈ, ਤੇ ਜ਼ੁਬਾਨ ਹੈ ਮੇਰੀ ਕੈਂਚੀ ਦੀ ਨਿਆਈ। ਕੈਂਚੀ ਮੂਰਖ ਦੇ ਹੱਥ ਆ ਜਾਏ ਤੇ ਕੀਮਤੀ ਤੋਂ ਕੀਮਤੀ ਬਸਤਰ ਨੂੰ ਵੀ ਭਾਵੇਂ ਕੱਟ ਕੱਟ ਲੀਰਾ ਬਣਾ ਦੇ, ਤੇ ਉਹੀ ਕੈਂਚੀ ਕਿਸੇ ਦਰਜੀ ਦੇ ਹੱਥ ਵਿੱਚ ਹੋਵੇ ਤੇ ਉਹ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਬਣਾ ਦੇਵੇ, ਲੋਕ ਪਹਿਨ ਕੇ ਖੁਸ਼ ਹੋਣ। ਇਹ ਜ਼ੁਬਾਨ ਉਹੀ ਹੈ। ਪਰ ਨਾਮਦੇਵ ਜੀ ਕਹਿੰਦੇ ਨੇ, ਮੈਨੂੰ ਵਰਤਣੀ ਆ ਗਈ, ਮੱਪ ਮੱਪ ਕਾਟੋਂ ਜਮ ਕੀ ਫਾਸੀ। ਮੈਂ ਮਿਣ ਮਿਣ ਕੇ ਜਮਾਂ ਦੀਆਂ ਫਾਹੀਆਂ ਕੱਟ ਰਿਹਾ। ਇਹ ਹੈ ਜਾਗਰਤ ਅਵਸਥਾ। ਤੋ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਰਸਤਾ ਸਾਨੂੰ ਇਹ ਸਮਝਾਇਆ ਹੋਇਆ ਹੈ ਕਿ ਇਹਨਾਂ ਪਸ਼ੂਆਂ ਨੂੰ ਬਹੁਤ ਸਾਵਧਾਨੀ ਨਾਲ ਕਾਬੂ ਵਿੱਚ ਰੱਖਣਾ ਹੈ। ਇਹ ਆਪ ਮੁਹਾਰੇ ਹੋ ਕੇ ਕਿਸੇ ਦੀ ਖੇਤੀ ਦਾ ਉਜਾੜਾ ਨਾ ਕਰਨ। ਇਹ ਦੇਖਣ ਕਿਸੇ ਦਾ ਧਨ ਦੌਲਤ ਤੇ ਕੋਸ਼ਿਸ਼ ਕਰਨ ਕਿ ਹੜੱਪ ਲਈਏ, ਸਾਡੇ ਹੱਥ ਵਿੱਚ ਆ ਜਾਏ ਤਾਂ ਆਪੇ ਕੰਮ ਖਰਾਬ ਹੋ ਗਿਆ। ਇਹਨਾਂ ਅੱਖਾਂ ਦੀ ਹਾਲਤ ਬੜੀ ਸਮਝਣ ਵਾਲੀ ਹੈ, ਤੇ ਇਉਂ ਹੀ ਅਵਸਥਾ ਬਾਕੀ ਇੰਦਰੀਆਂ ਦੀ ਹੈ, ਕੰਨਾਂ ਦੀ ਹੈ। ਆਪਾਂ ਹੁਣੇ ਵਿਚਾਰ ਕਰਕੇ ਹਟੇ ਹਾਂ। ਗੁਰੂ ਨਾਨਕ ਸਾਹਿਬ ਨੇ ਸਾਨੂੰ ਮੱਤ ਦਿੱਤੀ ਹੈ ਕਿ ਇਹਨਾਂ ਇੰਦਰੀਆਂ ਦੇ ਪਸ਼ੂਆਂ ਨੂੰ ਕਾਬੂ ਵਿੱਚ ਰੱਖਣਾ ਹੈ, ਸਾਵਧਾਨ ਰਹਿਣਾ ਹੈ, ਕਿਸੇ ਦਾ ਖੇਤ ਨਾ ਉਜਾੜਨ, ਕਿਸੇ ਦਾ ਨੁਕਸਾਨ ਨਾ ਕਰਨ, ਬਲਕਿ ਸਭ ਦੀਆਂ ਫਸਲਾਂ ਲਹਿ ਲਹਾਉਂਦੀਆਂ ਰਹਿਣ ਤੇ ਇਹ ਤੱਕ ਕੇ ਪ੍ਰਸੰਨ ਹੋਣ। ਸਾਖੀ ਵਿਸਥਾਰ ਨਾਲ ਆਪਾਂ ਜਦੋਂ ਲੜੀਵਾਰ ਵਿਚਾਰ ਕਰਾਂਗੇ ਤਾਂ ਵਿਚਾਰਾਂਗੇ। ਇਹ ਤਾਂ ਅੱਜ ਮੈਂ ਸੰਖੇਪ ਵਿੱਚ ਕੁਝ ਇਸ਼ਾਰੇ ਮਾਤਰ ਆਪ ਜੀ ਨਾਲ ਸਾਂਝੇ ਕੀਤੇ ਨੇ, ਇਉਂ ਹੀ ਬਾਕੀ ਸਾਖੀਆਂ ਹਨ। ਸੋ ਇਸ ਚੈਨਲ ਰਾਹੀਂ, USB ਚੈਨਲ ਰਾਹੀਂ, ਜਿਸ ਦਾ ਪੂਰਾ ਨਾਮ ਹੈ ਯੂਨੀਵਰਸਲ ਸਿੱਖ ਬ੍ਰਦਰਹੁੱਡ ਚੈਨਲ, ਇਸ ਰਾਹੀਂ ਆਪਾਂ ਗੁਰੂ ਕਾ ਇਤਿਹਾਸ ਤੇ ਗੁਰਬਾਣੀ, ਵਿਸ਼ੇਸ਼ ਤੌਰ ਤੇ ਉਸ ਦੀ ਵਿਚਾਰ ਸਾਂਝੀ ਕਰਿਆ ਕਰਨੀ ਹੈ। ਇਸ ਵੀਡੀਓ ਰਾਹੀਂ ਮੈਂ ਕੇਵਲ ਆਪ ਜੀ ਨੂੰ ਸੂਚਨਾ ਹੀ ਦੇ ਰਿਹਾ ਹਾਂ। ਅਗਾਂਹ ਆਪਾਂ ਪ੍ਰਾਰੰਭ ਕਰਾਂਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਵੇਲੇ ਦੇ ਹਾਲਾਤ ਕੀ ਸਨ, ਫਿਰ ਸਤਿਗੁਰੂ ਜੀ ਦਾ ਪ੍ਰਕਾਸ਼, ਤੇ ਫਿਰ ਅਗਾਂਹ ਕਦਮ ਬਾ ਕਦਮ ਇਤਿਹਾਸ ਵੱਲ ਵੱਧਦੇ ਜਾਵਾਂਗੇ। ਆਪ ਜੀ ਨੂੰ ਉਚੇਚੇ ਤੌਰ ਤੇ ਮੈਂ ਬੇਨਤੀਆਂ ਫਿਰ ਕਰਨੀਆਂ ਚਾਹੁੰਦਾ ਹਾਂ ਇਸ ਵੀਡੀਓ ਦੇ ਅਖੀਰ ਵਿੱਚ ਕਿ ਭਾਈ USB ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਤਾਂ ਕਿ ਗੁਰੂ ਕੀਆਂ ਸਾਖੀਆਂ, ਗੁਰਬਾਣੀ ਵਿਚਾਰ, ਗੁਰੂ ਕੀਆਂ ਸਿੱਖਿਆਵਾਂ ਆਪ ਜੀ ਤੱਕ ਪਹੁੰਚਦੀਆਂ ਰਹਿਣ। ਤੇ ਜਿੱਥੇ ਆਪ ਸਬਸਕ੍ਰਾਈਬ ਕਰਨਾ ਹੈ, ਆਪਣਾ ਭਲਾ ਤਾਂ ਕਰਨਾ ਹੀ ਹੈ। ਸਤਿਗੁਰੂ ਜੀ ਨੇ ਸਾਨੂੰ ਇੱਕ ਉਪਦੇਸ਼ ਦਿੱਤਾ ਹੈ ਕਿ ਗੁਰੂ ਕਾ ਹਰ ਸਿੱਖ ਪ੍ਰਚਾਰਕ ਹੈ, ਉਹ ਆਪ ਜਪੇ ਦੂਜਿਆਂ ਨੂੰ ਜਪਾਵੇ ਵੀ। ਤੇ ਜਿਹੜਾ ਇਹ ਦੋਵੇਂ ਕੰਮ ਕਰ ਲੈਂਦਾ ਹੈ, ਸਤਿਗੁਰੂ ਦੇ ਪਾਵਨ ਬਚਨ ਹਨ। ਸ਼ਬਦ ਲੰਬਾ ਹੈ, ਮੈਂ ਕੇਵਲ ਆਖਰੀ ਪੰਕਤੀ ਵੱਲ ਜਾਣਾ ਚਾਹਾਂਗਾ। ਸ਼ਬਦ ਪ੍ਰਾਰੰਭ ਹੁੰਦਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਅੰਮ੍ਰਿਤ ਵੇਲੇ ਉੱਠ ਕੇ ਆਪ ਧਿਆਨ ਨਿਰੰਕਾਰ ਨਾਲ ਜੋੜਨਾ, ਸਿਮਰਨ ਭਜਨ ਵੱਲ ਜੁੜਨਾ। ਇੱਥੋਂ ਸਿੱਖ ਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ, ਅੰਮ੍ਰਿਤ ਵੇਲੇ ਤੋਂ।
ਪਰ ਜਿੱਥੇ ਜਾ ਕੇ ਹਜ਼ੂਰ ਨੇ ਸੰਪੂਰਨਤਾ ਦਿੱਤੀ ਹੈ ਉਹ ਆਖਰੀ ਪੰਕਤੀ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਹਜ਼ੂਰ ਕਹਿੰਦੇ ਨੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਜਿਹੜੇ ਆਪ ਤਾਂ ਜਪਦੇ ਹੀ ਨੇ, ਅਵਰਹਿ ਨਾਮ ਜਪਾਵੇ ਵਾਲਾ ਕੰਮ ਵੀ ਨਿਭਾਉਂਦੇ ਹਨ। ਉਹ ਦੂਜਿਆਂ ਨੂੰ ਵੀ ਨਾਮ ਜਪਾਉਂਦੇ ਹਨ, ਜੋੜਦੇ ਹਨ ਨਿਰੰਕਾਰ ਨਾਲ। ਇਹੀ ਗੱਲ ਜ਼ਰੂਰੀ ਹੈ। ਸੋ ਜਿੱਥੇ ਆਪ ਸਬਸਕ੍ਰਾਈਬ ਕਰਕੇ ਗੁਰਬਾਣੀ, ਗੁਰਮਤਿ, ਗੁਰ ਇਤਿਹਾਸ ਨਾਲ ਜੁੜਨਾ ਹੈ, ਉੱਥੇ ਭਾਈ ਇਹ ਸੇਵਾ ਵੀ ਨਿਭਾਓ ਕਿ ਜਿੰਨਾ ਤੁਹਾਡਾ ਸਰਕਲ ਹੈ ਸਾਰਿਆਂ ਨੂੰ ਇਹ ਸ਼ੇਅਰ ਵੀ ਕਰੋ ਤੇ ਸਾਰਿਆਂ ਨੂੰ ਇਹ ਬੇਨਤੀ ਆਪਣੇ ਵੱਲੋਂ ਨਿਮਰਤਾ ਪੂਰਵਕ ਜ਼ਰੂਰ ਕਰੋ ਕਿ ਉਹ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਅਗਾਂਹ ਵੀ ਦੂਜਿਆਂ ਨੂੰ ਪ੍ਰੇਰਨਾ ਕਰਨ। ਕਮੈਂਟਸ ਆਪ ਜੀ ਆਪਣੇ ਵਿਚਾਰ ਲਿਖ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਆਪ ਜੀ ਦੇ ਕਮੈਂਟਸ ਨੂੰ ਵਿਚਾਰ ਕੇ ਜੋ ਸਾਨੂੰ ਸੇਧ ਮਿਲੇ ਉਹ ਲਈਏ। ਜੇ ਕੋਈ ਪ੍ਰਸ਼ਨ ਹੋਵੇ ਤੇ ਉਸ ਨੂੰ ਵੀ ਜਿਵੇਂ ਵਾਹਿਗੁਰੂ ਮਤ ਬਖਸ਼ਣ ਅਸੀਂ ਹੱਲ ਕਰਨ ਦਾ ਯਤਨ ਕਰੀਏ। ਤੇ ਇਸ ਦੇ ਨਾਲ ਨਾਲ ਜਿੱਥੇ ਸਬਸਕ੍ਰਾਈਬ ਕਰਨਾ ਹੈ, ਸ਼ੇਅਰ ਕਰਨਾ ਹੈ, ਕਮੈਂਟਸ ਦੇਣੇ ਨੇ, ਉੱਥੇ ਆਖਣ ਦੀ ਜ਼ਰੂਰਤ ਤਾਂ ਨਹੀਂ, ਪਰ ਮੈਂ ਫਿਰ ਵੀ ਬੇਨਤੀ ਕਰ ਦਿੰਦਾ ਹਾਂ, ਕੌਣ ਗੁਰੂ ਕਾ ਪਿਆਰਾ ਹੈ ਜਿਸ ਨੂੰ ਗੁਰੂ ਕੀਆਂ ਸਾਖੀਆਂ ਪਸੰਦ ਨਾ ਹੋਣ ਜਾਂ ਗੁਰਬਾਣੀ ਪਸੰਦ ਨਾ ਹੋਵੇ, ਲਾਈਕ ਕਰਨਾ ਵੀ ਨਾ ਭੁੱਲਣਾ। ਅੱਜ ਦੀ ਇਸ ਵੀਡੀਓ ਨੂੰ ਮੈਂ ਇੱਥੇ ਹੀ ਸਮਾਪਤ ਕਰਦਾ ਹਾਂ ਤੇ ਅਗਾਂਹ ਆਪਾਂ ਲੜੀ ਸ਼ੁਰੂ ਕਰਾਂਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਵੇਲੇ, ਹਜ਼ੂਰ ਦੀ ਹਯਾਤੀ ਵੇਲੇ ਹਾਲਾਤ ਸੰਸਾਰ ਦੇ ਕੀ ਸਨ। ਫਿਰ ਪ੍ਰਕਾਸ਼ ਤੇ ਫਿਰ ਅਗਾਂਹ ਆਪਾਂ ਸਾਖੀਆਂ ਦੀ ਸਾਂਝ ਪਾਵਾਂਗੇ। ਨਾਲ ਹੀ ਆਪਾਂ ਗੁਰਬਾਣੀ ਦੀ ਵਿਚਾਰ ਵੀ ਇੱਕ ਓੰਕਾਰ ਤੋਂ ਪ੍ਰਾਰੰਭ ਕਰਕੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਆਖਿਆ ਕਰਨ ਦਾ ਯਤਨ ਕਰਾਂਗੇ। ਜਿੰਨੀ ਕੁ ਵਾਹਿਗੁਰੂ ਜ਼ਿੰਦਗੀ ਦੇਵੇ, ਜਿੰਨੀ ਕੁ ਸਮਰੱਥਾ ਦੇਵੇ, ਜਿੰਨੀ ਕੁ ਅਕਲ ਦੇਵੇ। ਸੋ ਅੱਜ ਦੀ ਵੀਡੀਓ ਮੈਂ ਇੱਥੇ ਹੀ ਸਮਾਪਤ ਕਰਦਾ ਹਾਂ। ਸੋ ਦਾਸ ਯੂਕੇ ਤੋਂ ਗਿਆਨੀ ਸਰਵਣ ਸਿੰਘ ਆਪ ਜੀ ਨੂੰ ਮੁਖਾਤਬ ਹੈ, ਮੈਂ ਅਖੀਰ ਵਿੱਚ ਦੱਸ ਰਿਹਾ ਹਾਂ। ਸੋ ਆਪ ਜੀ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਵੀਡੀਓ ਸ਼ੇਅਰ ਕਰਨੀਆਂ, ਗੁਰੂ ਕੀਆਂ ਸਾਖੀਆਂ ਤੇ ਗੁਰਬਾਣੀ ਲਾਈਕ ਕਰਨੀ ਨਾ ਭੁੱਲਣਾ। ਮੈਂ ਫਿਰ ਬੇਨਤੀ ਕਰ ਰਿਹਾ ਹਾਂ। ਇਹਨਾਂ ਬੇਨਤੀਆਂ ਦੇ ਨਾਲ ਹੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।